ਬ੍ਰਹਮ ਅਤੇ ਕੁਦਰਤ ਦੀ ਨੇੜਤਾ ਵਾਂਗ ਨਰ ਅਤੇ ਨਾਰੀ ਦਾ ਪ੍ਰੇਮ ਸਦਭਾਵਨਾ ਵਧਣ ਨਾਲ ਸੰਸਾਰ ਦਾ ਮਾਨਵ ਸਮਾਜ ਦੀ ਸੁੰਦਰਤਾ ਅਤੇ ਪ੍ਰਸਿੱਧੀ ਵਧੇਗੀ ਹੀ, ਘਟੇਗੀ ਨਹੀਂ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ। ਜਿਸ ਖੇਤਰ ਵਿੱਚ ਪ੍ਰੇਮ ਸਦਭਾਵਨਾ ਹੁਲਾਸ ਦੇ ਉੱਚ ਪੱਧਰੀ ਪ੍ਰਗਟਾਵੇ ਆਉਂਦੇ ਹਨ, ਉਸਨੂੰ ਅਧਿਆਤਮਿਕ ਕਾਮ ਕਿਹਾ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ। ਪੁਸਤਕ ਦਾ ਨਾਂ ਅਧਿਆਤਮਿਕ ਕਾਮ ਵਿਗਿਆਨ। ਪੁਸਤਕ ਦੀ ਜਾਣਕਾਰੀ। ਕਾਮ ਵਾਸਨਾ ਮਨੁੱਖੀ ਜੀਵਨ ਦੀ ਇੱਕ ਬਹੁਤ ਪ੍ਰਚੰਡ ਪ੍ਰਵਿਰਤੀ ਹੈ। ਉਸਦੀ ਹਰਕਤ ਮਸ਼ੱਕਤ ਨੂੰ ਉਤੇਜਿਤ ਕਰਦੀ ਰਹਿੰਦੀ ਹੈ। ਇਸ ਲਈ ਵਿਅਕਤੀ ਉਸ ਸੰਬੰਧ ਵਿੱਚ ਕੁਝ ਨਾ ਕੁਝ ਕਹਿਣ ਸੁਣਨ ਦੀ, ਪੁੱਛਣ ਦੱਸਣ ਦੀ, ਪੜ੍ਹਨ ਜਾਣਨ ਦੇ ਲਈ ਵਿਚਾਰ ਕਰਦਾ ਰਹਿੰਦਾ ਹੈ। ਉੱਚ ਪੱਧਰੀ ਜਾਣਕਾਰੀ ਨਾ ਹੋਣ ਤੇ ਉਸਨੂੰ ਘਟੀਆ, ਖਰਾਬ, ਅਣਚਾਹੀ ਸਮੱਗਰੀ ਮਿਲਦੀ ਹੈ, ਜਿਸ ਤੋਂ ਆਤਮਘਾਤ ਕਰਨ ਦਾ ਹੀ ਮਾਰਗ ਦਿਖਾਈ ਪੈਂਦਾ ਹੈ। ਇਸ ਸਥਿਤੀ ਤੋਂ ਬਚਣ ਦੇ ਲਈ ਇਹ ਜ਼ਰੂਰੀ ਹੈ ਕਿ ਕਾਮ ਪ੍ਰਵਿਰਤੀ ਦੀ ਸਹੀ ਜਾਣਕਾਰੀ ਆਮ ਲੋਕਾਂ ਲਈ ਉਪਲਬਧ ਰਹੇ ਅਤੇ ਉਸ ਆਧਾਰ ਤੇ ਉਸਨੂੰ ਆਪਣੇ ਜੀਵਨ ਵਿਕਾਸ ਅਤੇ ਸ਼ਕਤੀ ਸੰਤੁਲਨ ਵਿੱਚ ਸਹਾਇਤਾ ਮਿਲਦੀ ਰਹੇ। ਅਧਿਆਤਮਿਕ ਕਾਮ ਵਿਗਿਆਨ ਦੇ ਮੁਤਾਬਕ ਨਰ ਅਤੇ ਨਾਰੀ ਦੋਵਾਂ ਦਾ ਸੁਭਾਅ ਵੱਖਰਾ ਹੈ। ਨਰ ਜਿੱਥੇ ਪ੍ਰਾਣ ਦਾ, ਤਾਕਤ ਦਾ, ਅਗਨੀ ਦੀ ਬਹੁਤਾਤ ਰੱਖਦਾ ਹੈ, ਉੱਥੇ ਨਾਰੀ ਸ਼ਾਂਤੀ ਦੀ, ਸ਼ਿਸ਼ਟਾਚਾਰ ਦੀ ਭਾਵਨਾ ਦੀ ਪ੍ਰਤੀਨਿਧਤਾ ਕਰਦੀ ਹੈ। ਦੋਹਾਂ ਦੀਆਂ ਆਪੋ ਆਪਣੀਆਂ ਵਿਸ਼ੇਸ਼ਤਾਵਾਂ ਹਨ ਅਤੇ ਉਹਨਾਂ ਦਾ ਮਹੱਤਵ ਬਰਾਬਰ ਕੀਮਤੀ ਹੈ। ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਨੇੜਿਓਂ ਇੱਕ ਦੂਜੇ ਨੂੰ ਬਹੁਤ ਕੁਝ ਦਿੰਦੇ ਹਨ ਅਤੇ ਦੇ ਸਕਦੇ ਹਨ। ਪਤੀ ਪਤਨੀ ਦੇ ਦੋ ਸਰੀਰ ਇੱਕ ਆਤਮਾ ਹੋਣ ਦਾ ਸ਼ਿਵ ਦੇ ਅਰਧਨਾਰੇਸ਼ਵਰ ਸਰੂਪ ਦਾ ਅਧਿਆਤਮਿਕ ਪੱਖ ਕਹਿੰਦਾ ਹੈ ਕਿ ਮਨੁੱਖੀ ਸਰੀਰ ਵਿੱਚ ਦੋਵੇਂ ਗੁਣ ਹਨ ਅਤੇ ਉਸ ਨਾਰੀ ਦੋਨਾਂ ਦੇ ਗੁਣ ਸੁੱਤੀ ਅਵਸਥਾ ਵਿੱਚ ਹੁੰਦੇ ਹਨ। ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ ਜੋ ਕਾਮ ਵਿਗਿਆਨ ਦਾ ਅਧਿਆਤਮਿਕ ਅਤੇ ਉਜਲ ਪੱਖ ਸਮਝਾਉਂਦੀ ਹੈ। ਜੇਕਰ ਇਸ ਨੂੰ ਸਮਝ ਕੇ ਅਸੀਂ ਆਪਣੀ ਅੰਦਰੂਨੀ ਊਰਜਾ ਨੂੰ ਸਹੀ ਪਾਸੇ ਲਗਾਉਂਦੇ ਹਾਂ ਤਾਂ ਨਿਰੋਗੀ ਜੀਵਨ ਜੀਣ ਦੇ ਕੁੰਡਲਿਨੀ ਜਾਗਰਣ ਵਰਗੀ ਮਹਾਨ ਪ੍ਰਕਿਰਿਆ ਨੂੰ ਸੰਭਵ ਕਰ ਸਕਾਂਗੇ ਅਤੇ ਉਸ ਪਰਮ ਆਨੰਦ ਨੂੰ ਪ੍ਰਾਪਤ ਕਰ ਸਕਾਂਗੇ। ਪੁਸਤਕ ਦੇ ਕੁਝ ਅੰਸ਼। ਨਰ ਅਤੇ ਨਾਰੀ ਦੋਵੇਂ ਮਿਲ ਕੇ ਹੀ ਇੱਕ ਵਿਵਸਥਿਤ ਸ਼ਕਤੀ ਦਾ ਰੂਪ ਧਾਰਨ ਕਰਦੇ ਹਨ। ਜਦੋਂ ਤੱਕ ਇਹ ਮਿਲਾਪ ਨਹੀਂ ਹੁੰਦਾ, ਗਤੀ ਅਤੇ ਚੇਤਨਾ ਪੈਦਾ ਹੀ ਨਹੀਂ ਹੋਵੇਗੀ ਅਤੇ ਸਭ ਕੁਝ ਖਾਲੀ ਬੇਜਾਨ ਪਿਆ ਰਹੇਗਾ। ਸ਼ੁਰੂ ਤੋਂ ਹੀ ਨਰ ਨਾਰੀ ਅਕਸਰ ਮਿਲ ਕੇ ਹੀ ਆਪੋ ਆਪਣੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਇੱਕ ਦੂਜੇ ਦੀ ਪ੍ਰਤਿਭਾ ਦੀ ਸੁੱਤੀ ਸ਼ਕਤੀਆਂ ਨੂੰ ਜਗਾਉਣ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿੰਦੇ ਹਨ। ਜਿਸ ਤਰ੍ਹਾਂ ਦੋ ਮਰਦ ਜਾਂ ਦੋ ਔਰਤਾਂ ਭਾਵੇਂ ਕਿਸੇ ਵੀ ਉਮਰ ਦੇ ਹੋਣ, ਖੁੱਲ੍ਹ ਕੇ ਹੱਸ ਬੋਲ ਸਕਦੇ ਹਨ ਅਤੇ ਸਨੇਹ ਅਤੇ ਨੇੜਤਾ ਵਧਾ ਸਕਦੇ ਹਨ। ਇਸ ਕਾਰਨ ਕੋਈ ਭੈੜੀ ਸ਼ੰਕਾ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਨਰ ਨਾਰੀ ਦਾ ਆਪਸੀ ਵਿਵਹਾਰ ਵੀ ਸਾਫ਼ ਅਤੇ ਪਵਿੱਤਰ ਰੱਖਿਆ ਜਾ ਸਕਦਾ ਹੈ। ਪਤਨੀ ਦੇ ਬਿਨਾਂ ਸਰਸਤਾ, ਭੈਣ ਦੇ ਬਿਨਾਂ ਸਦਭਾਵਨਾ, ਧੀ ਦੇ ਬਿਨਾਂ ਪ੍ਰੇਮ ਦੀ ਧਾਰਾਵਾਂ ਖੁਸ਼ਕ ਰਹਿਣਗੀਆਂ ਅਤੇ ਨਾਰੀ ਨੂੰ ਅਛੂਤ ਸਮਝਣ ਵਾਲਾ ਮਸਾਨ ਵਿੱਚ ਰਹਿਣ ਵਾਲੇ ਪ੍ਰੇਤ ਪਿਸ਼ਾਚ ਵਾਂਗ ਇਕੱਲੇਪਨ ਦੀ ਅੱਗ ਵਿੱਚ ਸੜੇਗਾ। ਲਾਚਾਰ ਨਾਰੀ ਮਨੀ ਬਗੈਰ ਸੱਪ ਵਾਂਗ ਖੋਈ ਭੁੱਲੀ ਭਟਕੀ ਜਿਹੀ ਬੇਚੈਨ, ਅਸ਼ਾਂਤ, ਪਰੇਸ਼ਾਨ ਅਤੇ ਅਵਿਕਸਿਤ ਰਹੇਗੀ। ਪਰਦਾ ਇਸ ਮਾਨਤਾ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਨਰ ਨਾਰੀ ਦਾ ਸੰਪਰਕ ਵਾਸਨਾ ਤੋਂ ਬਿਨਾਂ ਹੋਰ ਕਿਸੇ ਉਦੇਸ਼ ਤੋਂ ਹੋ ਹੀ ਨਹੀਂ ਸਕਦਾ। ਇਹ ਸੋਚ ਬਹੁਤ ਗੰਦੀ ਹੈ, ਘਿਨੌਣੀ ਅਤੇ ਘਟੀਆ ਹੈ। ਬੌਧਿਕ ਵਿਕਾਸ ਦੀ ਗੱਲ ਅੱਡ ਹੈ ਅਤੇ ਉਸ ਦਾ ਉਪਯੋਗ ਵੀ ਕੀਤਾ ਜਾਣਾ ਚਾਹੀਦਾ ਹੈ, ਪਰੰਤੂ ਜੇਕਰ ਉਸਨੂੰ ਮਨਮਾਨੀ ਕਰਨ ਲਈ ਛੱਡ ਦਿੱਤਾ ਜਾਵੇ, ਨਾਰੀ ਦਾ ਨਿਯੰਤਰਣ ਉਸ ਉੱਤੇ ਨਾ ਰਹੇ ਤਾਂ ਕੁਦਰਤ ਵਿੱਚ ਕਹਿਰ ਅਤੇ ਦੁਸ਼ਟਤਾ ਦੀ ਮਾਨਤਾ ਵੱਧਦੀ ਚਲੀ ਜਾਵੇਗੀ। ਨਾਰੀ ਦੇ ਪਿਛੜੇਪਨ ਨੂੰ ਦੂਰ ਕੀਤੇ ਬਿਨਾਂ ਉਸਨੂੰ ਅੱਗੇ ਲਿਆਏ ਬਗੈਰ ਕੋਈ ਗਤੀ ਨਹੀਂ। ਇਸ ਕਦਮ ਨੂੰ ਚੁੱਕੇ ਬਿਨਾਂ ਸਾਡੀ ਧਰਤੀ ਉੱਤੇ ਸਵਰਗ ਉੱਡਣ ਦੇ ਅਤੇ ਮਨੁੱਖ ਵਿੱਚ ਦੇਵਤਵ ਪ੍ਰਗਟ ਹੋਣ ਦੇ ਸਾਡੇ ਸੁਪਨੇ ਸਾਕਾਰ ਨਹੀਂ ਹੋਣਗੇ। ਕਾਮੁਕਤਾ ਵਿੱਚ ਲੱਗੀ ਅੰਦਰੂਨੀ ਸ਼ਕਤੀ ਨੂੰ ਉਸ ਗਿਰਾਵਟ ਤੋਂ ਕੱਢ ਕੇ ਈਸ਼ਵਰੀ ਚੇਤਨਾ ਅਤੇ ਪੂਰਨ ਆਨੰਦ ਦੇਣ ਵਾਲੀ ਬ੍ਰਹਮ ਵਿਦਿਆ ਵਿੱਚ ਲਗਾਉਣਾ ਚਾਹੀਦਾ ਹੈ। ਇਸ ਪਰਿਵਰਤਨ ਨੂੰ ਹੀ ਕੁੰਡਲਨੀ ਜਾਗਰਣ ਕਿਹਾ ਗਿਆ ਹੈ। ਪੁਸਤਕ ਦੇ ਕੁਝ ਬਿੰਦੂ। ਸ੍ਰਿਸ਼ਟੀ ਵਿੱਚ ਵਿਆਪਤ ਹੁਲਾਸ ਦੀ ਪ੍ਰਵਿਰਤੀ, ਨਰ ਨਾਰੀ ਦਾ ਮਿਲਨ ਇੱਕ ਵਿਸ਼ੇਸ਼ ਪ੍ਰਕਿਰਿਆ, ਕਾਮ ਪ੍ਰਵਿਰਤੀਆਂ ਦਾ ਨਿਯੰਤਰਣ, ਸ਼ੋਧਨ ਅੰਦਰੂਨੀ ਮਨ ਤੋਂ, ਕਾਮ ਦੀ ਉਤਪੱਤੀ ਪ੍ਰਗਟਾਵਾ, ਪੂਰਨ ਆਨੰਦ ਦੀ ਪ੍ਰਾਪਤੀ।